ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਜਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਜੀਵਨ ਦੇ ਉੱਪਰ ਚੱਲ ਰਹੀ ਵਿਖਿਆਨਾਂ ਦੀ ਲੜੀ ਦੇ ਵਿੱਚ ਤੁਸੀਂ ਉਹਨਾਂ ਦੇ ਜੀਵਨ ਔਰ ਉਹਨਾਂ ਦੇ ਜੀਵਨ ਦੇ ਦੌਰਾਨ ਵਾਪਰੀਆਂ ਘਟਨਾਵਾਂ ਦੇ ਬਾਰੇ ਪਹਿਲੇ ਕੁਝ ਵਿਖਿਆਨਾਂ ਦੇ ਵਿੱਚ ਸਰਵਣ ਕੀਤਾ ਹੈ। ਉਸੇ ਹੀ ਲੜੀ ਦੇ ਵਿੱਚ ਇਹ ਅਗਲਾ ਵਿਖਿਆਨ। ਸਭ ਤੋਂ ਅਹਿਮ ਗੱਲ ਜਿਹੜੀ ਅਸੀਂ ਪਿਛਲੇ ਵਿਖਿਆਨ ਦੇ ਵਿੱਚ ਬਿਆਨ ਕਰ ਚੁੱਕੇ ਹਾਂ ਕਿ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਕਹਿ ਸਕਦੇ ਹਾਂ ਕਿ ਸਿੱਖ ਧਰਮ ਦੇ ਵਿੱਚੋਂ ਜਾਂ ਗੁਰਤਾ ਗੱਦੀ ਦੇ ਅਧਿਕਾਰ ਤੋਂ ਬਾਹਰ ਕੱਢ ਦਿੱਤਾ। ਔਰ ਗੁਰੂ ਸਾਹਿਬ ਨੇ ਉਹਦੇ ਬਾਰੇ ਜਿਹੜੇ ਸ਼ਬਦ ਵਰਤੇ ਨੇ ਉਹ ਸ਼ਬਦ ਵਰਤੇ ਨੇ, ਭਇਓ ਨਲਾਇਕ ਰਹਿਓ ਨਾ ਧੀਰ, ਕਿ ਕੇਵਲ ਤੇ ਕੇਵਲ ਮਾਇਆ ਦੇ ਲਾਲਚ ਵਿੱਚ ਆ ਕੇ ਮਾਇਆਵੀ ਜ਼ਿੰਦਗੀ ਨੂੰ ਗੁਜ਼ਾਰਨ ਦੇ ਵਾਸਤੇ ਉਸਨੇ ਗੁਰਮਤ ਦੇ ਧੀਰਜ ਤੇ ਸਹਿਜ ਨੂੰ ਛੱਡ ਦਿੱਤਾ ਹੈ ਤੇ ਇਹ ਉਸ ਦੀ ਨਲਾਇਕੀ ਹੈ। ਪਰ ਗੁਰੂ ਘਰ ਦੇ ਵਿੱਚ ਵੱਡਾ ਸਪੁੱਤਰ ਹੋਣ ਕਰਕੇ ਰਾਮ ਰਾਏ ਦੇ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਸਿੱਖੀ ਦੇ ਧਰਮ ਪ੍ਰਚਾਰ ਦਾ ਇੱਕ ਕਹਿ ਸਕਦੇ ਹੋ ਕਿ ਨੈਟਵਰਕ ਚੱਲ ਰਿਹਾ ਸੀ, ਜਿਹੜਾ ਤਾਣਾ ਬਾਣਾ ਸੀ, ਉਹਦੇ ਵਿੱਚ ਮਸੰਦਾਂ ਦੀ ਬੜੀ ਅਹਿਮੀਅਤ ਸੀ। ਸੋ ਰਾਮ ਰਾਏ ਨੇ ਬਹੁਤ ਸਾਰੇ ਮਸੰਦਾਂ ਨੂੰ ਆਪਣੇ ਨਾਲ ਗੰਢਣਾ ਸ਼ੁਰੂ ਕਰ ਦਿੱਤਾ, ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਉਹਦਾ ਕਾਰਨ ਸੀ ਕਿ ਰਾਮ ਰਾਏ ਨੂੰ ਜਦੋਂ ਇਹ ਪਤਾ ਲੱਗਾ ਕਿ ਮੈਨੂੰ ਗੁਰੂ ਘਰ ਦੇ ਵੱਲੋਂ ਗੁਰਤਾ ਗੱਦੀ ਜਾਂ ਫਿਰ ਕਹਿ ਦਈਏ ਕਿ ਸਿੱਖ ਧਰਮ ਦੇ ਵਿੱਚੋਂ ਬਿਲਕੁਲ ਵੱਖਰਾ ਕਰ ਦਿੱਤਾ ਗਿਆ ਹੈ ਮੇਰੀ ਗਲਤੀ ਦੇ ਕਰਕੇ, ਤੇ ਫਿਰ ਉਸ ਨੇ ਔਰੰਗਜ਼ੇਬ ਦੇ ਨਾਲ ਪੈਦਾ ਕੀਤੇ ਗਏ ਆਪਣੇ ਸਬੰਧਾਂ ਦੀ ਤਾਕਤ ਦੇ ਨਾਲ ਬਹੁਤ ਸਾਰੇ ਮਸੰਦਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਹੁਣ ਜਿਹੜੇ ਮਸੰਦ ਨੇ ਉਹਨਾਂ ਸਮਿਆਂ ਦੇ ਵਿੱਚ, ਸਭ ਤੋਂ ਪਹਿਲੀ ਗੱਲ ਤੇ ਥੋੜਾ ਸ਼ਬਦ ਦੇ ਬਾਰੇ ਦੱਸ ਦੇਵਾਂ। ਮੂਲ ਸ਼ਬਦ ਫਾਰਸੀ ਦਾ ਹੈ ਮਸਨਦ, ਜਿਸ ਦਾ ਅਰਥ ਹੈ ਤਖਤ। ਇੱਕ ਪਰੰਪਰਾ ਸੀ ਮੰਜੀ ਪਰੰਪਰਾ, ਜਿਸ ਦਾ ਦਾਇਰਾ ਥੋੜਾ ਛੋਟਾ ਹੁੰਦਾ ਸੀ ਕਿ ਜਿਹੜੀਆਂ ਗੁਰੂ ਸਾਹਿਬ ਨੇ ਮੰਜੀਆਂ ਸਥਾਪਿਤ ਕੀਤੀਆਂ ਉਹ ਥੋੜੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੀਆਂ ਸੀ, ਭਾਵ ਕਿ ਉਹਨਾਂ ਦਾ ਪ੍ਰਚਾਰ ਦਾ ਦਾਇਰਾ ਥੋੜਾ ਹੁੰਦਾ ਸੀ। ਉਸ ਤੋਂ ਬਾਅਦ ਮੰਜੀ ਤੋਂ ਬਾਅਦ ਮਸੰਦ ਭਾਵ ਮਸਨਦ ਭਾਵ ਮੰਜੀ ਤੋਂ ਉੱਪਰਲਾ ਉਹਦਾ ਤਖਤ, ਉਹ ਦਾ ਦਾਇਰਾ ਥੋੜਾ ਵੱਡਾ ਹੁੰਦਾ ਸੀ। ਔਰ ਜਿੱਥੇ ਮਸੰਦਾਂ ਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ, ਗੁਰੂ ਦਾ ਹੁਕਮ ਸੰਗਤਾਂ ਤੱਕ ਪਹੁੰਚਾਉਣਾ, ਉੱਥੇ ਨਾਲ ਇਹ ਵੀ ਜ਼ਿੰਮੇਵਾਰੀ ਹੁੰਦੀ ਸੀ ਕਿ ਸੰਗਤਾਂ ਜਿਹੜੀ ਕਾਰ ਭੇਟਾ ਜਾਂ ਆਪਣਾ ਦਸਵੰਧ ਅਰਪਿਤ ਕਰਦੀਆਂ ਸਨ ਉਹਨਾਂ ਨੂੰ ਵੀ ਗੁਰੂ ਸਾਹਿਬ ਤੱਕ ਲੈ ਕੇ ਆਉਣਾ ਹੁੰਦਾ ਸੀ। ਸੋ ਕਹਿ ਸਕਦੇ ਹਾਂ ਕਿ ਜਿੱਥੇ ਗੁਰੂ ਸੰਦੇਸ਼ਾਂ ਨੂੰ ਸੰਗਤ ਤੱਕ ਪਹੁੰਚਾਉਣ ਦਾ ਜਿੰਮਾ ਮਸੰਦਾਂ ਦੇ ਕੋਲ ਸੀ, ਉੱਥੇ ਨਾਲ ਦੇ ਨਾਲ ਗੁਰੂ ਘਰ ਦੇ ਵਿੱਚ ਚੱਲ ਰਹੇ ਜਿਹੜੇ ਕਾਰ ਵਿਹਾਰ ਸੀ ਉਹਨਾਂ ਦੀ ਆਰਥਿਕਤਾ ਦਾ ਆਧਾਰ ਵੀ ਮਸੰਦ ਸਨ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਗੁਰੂ ਹਰ ਰਾਏ ਸਾਹਿਬ ਨੇ ਰਾਮ ਰਾਏ ਦਾ ਮਸੰਦਾਂ ਦੇ ਨਾਲ ਜਿਹੜਾ ਆਰਥਿਕ ਕਹਿ ਸਕਦੇ ਹੋ ਕਿ ਇੱਕ ਵਿਹਾਰ ਜੁੜ ਗਿਆ ਸੀ, ਉਹਨੂੰ ਤੋੜਨ ਦੇ ਵਾਸਤੇ ਸੰਗਤਾਂ ਦੇ ਨਾਲ ਹੁਕਮ ਜਾਰੀ ਕੀਤਾ। ਪਹਿਲਾ ਜਿਹੜਾ ਹੁਕਮ ਸੀ ਉਹ ਇਹ ਸੀ ਕਿ ਇਸ ਨੂੰ ਕੌੜੀ ਨਹੀਂ ਦੇਣੀ, ਭਾਵ ਕਿ ਜੇਕਰ ਕੋਈ ਮਸੰਦ ਰਾਮ ਰਾਏ ਦੇ ਨਾਮ ਦੇ ਉੱਪਰ ਕਾਰ ਭੇਟਾ ਜਾਂ ਦਸਵੰਧ ਦੀ ਮੰਗ ਕਰਦਾ ਹੈ ਤੇ ਕੌੜੀ ਨਹੀਂ ਦੇਣੀ। ਪਰ ਜਿਹੜੇ ਮਸੰਦ ਰਾਮ ਰਾਏ ਦੇ ਪ੍ਰਭਾਵ ਅਧੀਨ ਆ ਚੁੱਕੇ ਸਨ ਉਹਨਾਂ ਨੇ ਇਹਨਾਂ ਸ਼ਬਦਾਂ ਨੂੰ ਬਦਲ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਉਹਨਾਂ ਨੇ ਇਸ ਰੂਪ ਦੇ ਵਿੱਚ ਪੇਸ਼ ਕੀਤਾ ਕਿ ਰਾਮ ਰਾਏ ਦੇ ਵੱਲੋਂ ਕਿਹਾ ਗਿਆ ਹੈ, ਰਾਮ ਰਾਏ ਦੇ ਬਾਰੇ ਗੁਰੂ ਸਾਹਿਬ ਦੇ ਵੱਲੋਂ ਇਹ ਸੁਨੇਹਾ ਹੈ ਕਿ ਜੇਕਰ ਰਾਮ ਰਾਏ ਦੇ ਪ੍ਰਤੀ ਕਿਸੇ ਨੇ ਮਸੰਦ ਦੇ ਰਾਹੀਂ ਕੋਈ ਕਾਰ ਭੇਟਾ ਭੇਜਣੀ ਹੈ ਤੇ ਉਹ ਜ਼ਿਆਦਾ ਭੇਜਣੀ ਹੈ, ਕੌੜੀ ਨਹੀਂ ਦੇਣੀ, ਬਲਕਿ ਮੋਹਰ ਜਾਂ ਉਹਦੇ ਤੋਂ ਵੱਧ ਜਿਹੜੀ ਭੇਟਾ ਉਹ ਭੇਜਣੀ ਹੈ। ਪਰ ਆ ਜਾ ਕੇ ਫਿਰ ਵੀ ਜਿਹੜੀਆਂ ਸੰਗਤਾਂ ਸੁਚੇਤ ਸਨ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸੰਗਤਾਂ ਨੂੰ ਸੁਚੇਤ ਕੀਤਾ ਤੇ ਕਾਫੀ ਸਾਰਾ ਰਾਮ ਰਾਏ ਦੇ ਵੱਲੋਂ ਜਿਹੜਾ ਮਸੰਦਾਂ ਦੇ ਨਾਲ ਇੱਕ ਤਾਣਾ ਬਾਣਾ ਬਣਾਇਆ ਜਾ ਰਿਹਾ ਸੀ ਉਹਦਾ ਕਾਫੀ ਹੱਦ ਤੱਕ ਲੱਕ ਟੁੱਟ ਗਿਆ। ਉਸ ਤੋਂ ਬਾਅਦ ਧੀਰਮਲ, ਗੁਰੂ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਧੀਰਮਲ ਤੇ ਰਾਮ ਰਾਏ ਇਹ ਦੋਵੇਂ ਆਪਸ ਦੇ ਵਿੱਚ ਇਕੱਠੀ ਚਾਲ ਚੱਲਦੇ ਨੇ। ਧੀਰਮਲ ਗੁਰੂ ਸਾਹਿਬ ਦੇ ਕੋਲ ਜਾਂਦਾ ਹੈ ਕਿ ਤੁਸੀਂ ਗੁਰਤਾ ਗੱਦੀ ਆਪਣੇ ਵੱਡੇ ਪੁੱਤਰ ਨੂੰ ਦੇ ਦਿਓ, ਜੇਕਰ ਤੁਸੀਂ ਨਹੀਂ ਦੇਵੋਗੇ ਤਾਂ ਉਸ ਦੀ ਔਰੰਗਜ਼ੇਬ ਦੇ ਨਾਲ ਬਹੁਤ ਚੰਗੀ ਗੱਲਬਾਤ ਹੈ
ਤੇ ਤੁਹਾਡੀ ਕਹਿ ਸਕਦੇ ਹੋ ਕਿ ਔਰੰਗਜ਼ੇਬ ਦੇ ਨਾਲ ਵਿਗੜ ਜਾਵੇਗੀ ਤੇ ਤੁਹਾਡੇ ਉੱਪਰ ਹਮੇਸ਼ਾ ਹੀ ਹਮਲੇ ਦਾ ਜਾਂ ਫਿਰ ਗੁਰੂ ਘਰ ਦੇ ਨੁਕਸਾਨ ਦਾ ਖਤਰਾ ਬਣਿਆ ਰਹੇਗਾ। ਸੋ ਧੀਰਮਲ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਸਾਹਿਬ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰਤਾ ਗੱਦੀ ਦਾ ਅਧਿਕਾਰੀ ਰਾਮ ਰਾਏ ਨੂੰ ਹੀ ਚੁਣਿਆ ਜਾਵੇ ਤੇ ਉਸ ਨੂੰ ਦੁਬਾਰਾ ਸਿੱਖੀ ਮੰਡਲ ਦੇ ਵਿੱਚ ਦਾਖਲਾ ਜਿਹੜਾ ਉਹ ਦਿੱਤਾ ਜਾਵੇ। ਪਰ ਗੁਰੂ ਸਾਹਿਬ ਦੇ ਉੱਪਰ ਧੀਰਮਲ ਦੀਆਂ ਇਹਨਾਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ, ਕਿਉਂਕਿ ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਜਵਾਬ ਦੇ ਦਿੱਤਾ, ਭਇਓ ਨਲਾਇਕ ਰਹਿਓ ਨਾ ਧੀਰ, ਕਿ ਜੇਕਰ ਉਸ ਨੇ ਮਾਇਆਵੀ ਪਦਾਰਥਾਂ ਦੀ ਪ੍ਰਾਪਤੀ ਦੀ ਲਾਲਸਾ ਲੈ ਕੇ ਗੁਰੂ ਨਾਨਕ ਸਾਹਿਬ ਦੀ ਉਚਾਰੀ ਬਾਣੀ ਦੇ ਬਾਰੇ ਬੇਅਦਬ ਸ਼ਬਦ ਵਰਤੇ ਨੇ ਤਾਂ ਹੁਣ ਕਦੇ ਵੀ ਦੁਬਾਰਾ ਸਿੱਖੀ ਦੇ ਵਿੱਚ ਉਸ ਨੂੰ ਦਾਖਲਾ ਨਹੀਂ ਮਿਲ ਸਕਦਾ, ਜਿੰਨਾ ਚਿਰ ਤੱਕ ਉਹ ਇਸ ਖਿਮਾ ਦਾ ਪ੍ਰਾਸ਼ਚਿਤ ਨਹੀਂ ਕਰਦਾ। ਉਸ ਤੋਂ ਬਾਅਦ ਰਾਮ ਰਾਏ ਜਿਹੜਾ ਇਹ ਸਾਰੀ ਵਿਥਿਆ ਜਾ ਕੇ ਔਰੰਗਜ਼ੇਬ ਨੂੰ ਸੁਣਾਉਂਦਾ ਤੇ ਉਸ ਨੂੰ ਇਹ ਗੱਲ ਕਹਿੰਦਾ ਹੈ ਕਿ ਜੋ ਕੁਝ ਮੇਰੇ ਨਾਲ ਵਾਪਰ ਰਿਹਾ ਹੈ ਕਿ ਮੇਰੇ ਕੋਲੋਂ ਜਿਹੜੀ ਗੁਰਤਾ ਗੱਦੀ ਜਾਂਦੀ ਰਹੀ ਹੈ ਉਹ ਇਸ ਕਰਕੇ ਜਾਂਦੀ ਰਹੀ ਹੈ ਕਿਉਂਕਿ ਮੈਂ ਤੁਹਾਡੇ ਸਾਹਮਣੇ ਸਿੱਖੀ ਦਾ ਜਿਹੜਾ ਪੱਖ ਰੱਖਿਆ ਹੈ ਉਹ ਸਿੱਖਾਂ ਨੂੰ ਮਨਜ਼ੂਰ ਨਹੀਂ, ਭਾਵ ਕਿ ਤੁਹਾਡੇ ਕਰਕੇ ਜਿਹੜਾ ਉਹ ਮੇਰਾ ਨੁਕਸਾਨ ਹੋਇਆ। ਦੂਜੇ ਪਾਸੇ ਰਾਮ ਰਾਏ ਨੇ ਮਸੰਦਾਂ ਦੇ ਵਿੱਚ ਜਿੰਨੇ ਕੁ ਮਸੰਦ ਇਸ ਦੇ ਨਾਲ ਜੁੜੇ ਹੋਏ ਸਨ, ਖਾਸ ਕਰਕੇ ਜਿਹੜਾ ਭਾਈ ਗੁਰਦਾਸ ਜਿਸ ਦਾ ਜ਼ਿਕਰ ਪਹਿਲਾਂ ਵੀ ਆਇਆ ਸੀ, ਭਾਈ ਪਹਿਲੋ ਦਾ ਪੋਤਰਾ, ਉਹ ਕਾਫੀ ਹੱਦ ਤੱਕ ਇਸ ਦਾ ਸਾਥ ਦਿੰਦਾ ਸੀ। ਇਸ ਨੇ ਲੋਕਾਂ ਦੇ ਵਿੱਚ ਇਹ ਗੱਲ ਵੀ ਪ੍ਰਚਾਰਨੀ ਸ਼ੁਰੂ ਕਰ ਦਿੱਤੀ ਕਿ ਜੇਕਰ ਰਾਮ ਰਾਏ ਨੂੰ ਗੁਰਤਾ ਗੱਦੀ ਦਾ ਅਧਿਕਾਰੀ ਮੰਨਿਆ ਜਾਵੇ ਤੇ ਰਾਮ ਰਾਏ ਦੇ ਜਿੰਨੇ ਚੰਗੇ ਸਬੰਧ ਔਰੰਗਜ਼ੇਬ ਦੇ ਨਾਲ ਨੇ ਉਹਨਾਂ ਸਬੰਧਾਂ ਦੀ ਕਹਿ ਸਕਦੇ ਹੋ ਕਿ ਰੌਸ਼ਨੀ ਦੇ ਵਿੱਚ ਜਾਂ ਉਹਨਾਂ ਸਬੰਧਾਂ ਦਾ ਫਾਇਦਾ ਉਠਾ ਕੇ ਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਸਕਦਾ। ਪਰ ਗੁਰੂਦੇਵ ਪਾਤਸ਼ਾਹ ਦੇ ਨਾਲ ਜਾਂ ਗੁਰੂ ਘਰ ਦੇ ਨਾਲ ਜਿਹੜੀਆਂ ਸੰਗਤਾਂ ਜੁੜੀਆਂ ਹੋਈਆਂ ਸਨ ਉਹਨਾਂ ਦੇ ਉੱਪਰ ਰਾਮ ਰਾਏ ਦੀਆਂ ਇਹਨਾਂ ਗੱਲਾਂ ਦਾ ਤਾਂ ਕੋਈ ਅਸਰ ਨਾ ਹੋਇਆ, ਪਰ ਔਰੰਗਜ਼ੇਬ ਨੂੰ ਵੀ ਇਸ ਗੱਲ ਦਾ ਇੰਨਾ ਕੁ ਪਤਾ ਲੱਗ ਗਿਆ ਕਿ ਰਾਮ ਰਾਏ ਲਾਲਚੀ ਹੈ ਤੇ ਔਰੰਗਜ਼ੇਬ ਨੇ ਦੂਨ ਵਾਦੀ ਦੇ ਵਿੱਚ ਰਾਮ ਰਾਏ ਨੂੰ ਇੱਕ ਵੱਡੀ ਜਗੀਰ ਜਿਹੜੀ ਸੀ ਉਹ ਦੇ ਦਿੱਤੀ, ਉਸ ਦੇ ਨਾਮ ਲਗਾ ਦਿੱਤੀ। ਉੱਥੇ ਹੀ ਇਸ ਨੇ ਆਪਣਾ ਜਿਹੜਾ ਸੀ ਉਹ ਡੇਰਾ ਤਿਆਰ ਕੀਤਾ ਜਿਸ ਨੂੰ ਅੱਜ ਦੇਹਰਾਦੂਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੋ ਉਹ ਦੇਹਰਾਦੂਨ ਔਰੰਗਜ਼ੇਬ ਨੇ ਰਾਮ ਰਾਏ ਨੂੰ ਇਸ ਕਰਕੇ ਦਿੱਤਾ ਸੀ ਕਿ ਉਸ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਤੋੜ ਮਰੋੜ ਕੀਤੀ ਸੀ। ਹੁਣ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਹੀ, ਜਿਸ ਤਰ੍ਹਾਂ ਕਿ ਗੁਰੂ ਪਰੰਪਰਾ ਦੇ ਵਿੱਚ ਪਹਿਲਾਂ ਵੀ ਚੱਲਦਾ ਆਇਆ ਸੀ, ਆਪਣੇ ਛੋਟੇ ਸਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦਾ ਅਧਿਕਾਰ ਦੇ ਦਿੱਤਾ। ਉਹਨਾਂ ਦੀਆਂ ਗੁਰਤਾ ਗੱਦੀ ਦੀਆਂ ਜਿਹੜੀਆਂ ਰਸਮਾਂ ਨੇ ਉਹ ਬੜੀਆਂ ਕਹਿ ਸਕਦੇ ਹੋ ਕਿ ਇੱਕ ਵੀਰ ਰਸ ਵਾਲੇ ਤੇ ਇੱਕ ਸ਼ਾਹੀ ਜਲਾਓ ਦੇ ਵਿੱਚ ਹੋਈਆਂ ਨੇ। 2200 ਘੋੜਸਵਾਰ ਜਿਹੜੇ ਗੁਰੂ ਸਾਹਿਬ ਦੇ ਨਾਲ ਰਿਹਾ ਕਰਦੇ ਸੀ, ਉਹਨਾਂ ਨੇ ਘੋੜਸਵਾਰੀ, ਨੇਜੇਬਾਜੀ, ਤਲਵਾਰਬਾਜੀ, ਤੀਰ ਅੰਦਾਜ਼ੀ ਦੇ ਇਹਦੇ ਕਰਤੱਵ ਦਿਖਾਏ, ਨਗਾਰਾ ਵਜਾਇਆ ਗਿਆ। ਇਸ ਤੋਂ ਇਲਾਵਾ ਜਿੰਨੀਆਂ ਵੀ ਜੰਗੀ ਕਹਿ ਸਕਦੇ ਹੋ ਕਿ ਮਸ਼ਕਾਂ ਹੁੰਦੀਆਂ ਨੇ ਉਹ ਸਾਰੀਆਂ ਕੀਤੀਆਂ ਗਈਆਂ ਤੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਹਰਕ੍ਰਿਸ਼ਨ ਸਾਹਿਬ ਨੂੰ ਤਖਤ ਕਹਿ ਸਕਦੇ ਹੋ ਗੁਰਤਾ ਗੱਦੀ ਉਹਦੇ ਉੱਪਰ ਬਿਠਾਉਣ ਦੀਆਂ ਜਿਹੜੀਆਂ ਰਸਮਾਂ ਸੀ ਉਹ ਅਦਾ ਕੀਤੀਆਂ। ਹੁਣ ਇੱਥੇ ਇੱਕ ਗੱਲ ਹੋਰ ਹੈ, ਗੁਰੂ ਸਾਹਿਬ ਦਾ ਗੁਰਤਾ ਗੱਦੀ ਤੇ ਬੈਠਣਾ ਤੇ ਨਗਾਰਾ ਵੱਜਣਾ, ਉਧਰਲੇ ਪਾਸੇ ਰਾਮ ਰਾਏ ਦੇ ਵੱਲੋਂ ਔਰੰਗਜ਼ੇਬ ਦੇ ਕੋਲੋਂ ਜਗੀਰ ਲੈਣਾ, ਇਹਨਾਂ ਦੋ ਚੀਜ਼ਾਂ ਨੂੰ ਸਮਝ ਲਓ ਕਿ ਰਾਜ ਕਿਹੜੀਆਂ ਕੌਮਾਂ ਤੇ ਕਿਹੜੀ ਸੋਚ ਕਰਦੀ ਹੈ। ਇੱਕ ਪਾਸੇ ਤਾਂ ਜਗੀਰ ਲਈ ਜਾ ਰਹੀ ਹੈ ਤੇ ਦੂਜੇ ਪਾਸੇ ਸਿੱਖਾਂ ਦੀ ਆਜ਼ਾਦੀ ਦਾ ਜਾਂ ਕਹਿ ਸਕਦੇ ਹੋ ਕਿ ਵਿਲੱਖਣ ਰਾਜਸੀ ਸ਼ਕਤੀ ਦਾ ਪ੍ਰਤੀਕ ਨਗਾਰਾ ਵਜਾਇਆ ਜਾ ਰਿਹਾ। ਨਗਾਰਾ ਕੋਈ ਹੋਰ ਨਹੀਂ ਸੀ ਵਜਾ ਸਕਦਾ। ਤੁਸੀਂ ਕਿਤੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਜਦੋਂ ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਕਾਬਲ ਦਾ ਸੂਬੇਦਾਰ ਨਿਯੁਕਤ ਕੀਤਾ ਤਾਂ ਉਸ ਨੇ ਆਪਣੀ ਤਖਤ ਨਸ਼ੀਨੀ ਦੇ ਦੌਰਾਨ ਨਗਾਰਾ ਵਜਾਇਆ। ਔਰੰਗਜ਼ੇਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਉਸ ਨੇ ਤਖਤ ਨਸ਼ੀਨੀ ਦੇ ਦੌਰਾਨ ਨਗਾਰਾ ਵਜਾਇਆ ਤੇ ਔਰੰਗਜ਼ੇਬ ਨੇ ਇੱਕ ਸੁਨੇਹਾ ਭੇਜਿਆ ਸੀ ਕਿ ਅਜੇ ਤੂੰ ਦੇਸ਼ ਦਾ ਬਾਦਸ਼ਾਹ ਨਹੀਂ ਬਣਿਆ ਕਿ ਨਗਾਰਾ ਵਜਾਵੇਂ। 4 ਢੋਲ ਵਜਾ ਲੈਣੇ ਸੀ ਪਰ ਨਗਾਰਾ ਵਜਾਉਣਾ
ਤੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਜਿਸ ਰਾਜ ਦੇ ਵਿੱਚ ਤੂੰ ਨਗਾਰਾ ਵਜਾ ਰਿਹਾ ਹੈ ਉਹ ਰਾਜ ਮੇਰੇ ਅਧੀਨ ਹੈ ਤੇ ਤੂੰ ਮੇਰੇ ਵੱਲੋਂ ਨਿਯੁਕਤ ਕੀਤਾ ਗਿਆ ਇੱਕ ਫੌਜਦਾਰ ਹੈ ਜਾਂ ਇੱਕ ਸੂਬੇਦਾਰ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਦੋਂ ਰਣਜੀਤ ਨਗਾਰਾ ਤਿਆਰ ਕੀਤਾ ਸੀ, ਵਜਾਉਣਾ ਸ਼ੁਰੂ ਕੀਤਾ ਸੀ, ਤੇ ਪਹਾੜੀ ਰਾਜਿਆਂ ਨੇ ਮੁੱਖ ਸ਼ਿਕਾਇਤ ਦੇ ਵਿੱਚ ਇਹੀ ਲਿਖਿਆ ਸੀ ਕਿ ਨਗਾਰਾ ਵਜਾਉਣਾ ਆਜ਼ਾਦ ਤੇ ਵੱਖਰੀ ਰਾਜਨੀਤਿਕ ਸੱਤਾ ਦਾ ਐਲਾਨ ਹੈ। ਹੁਣ ਤਾਂ ਸਾਡੇ ਗੁਰੂ ਘਰਾਂ ਦੇ ਵਿੱਚੋਂ ਵੀ ਨਗਾਰਾ ਜਿਹੜਾ ਉਹ ਵੱਜਣੋਂ ਤਕਰੀਬਨ ਹੌਲੀ ਹੌਲੀ ਘਟਦਾ ਜਾ ਰਿਹਾ, ਬਹੁਤੇ ਗੁਰੂ ਘਰਾਂ ਦੇ ਵਿੱਚ ਨਹੀਂ ਹੈਗਾ। ਪਰ ਜਿਹੜਾ ਨਗਾਰਾ ਹੈ ਉਹ ਸਾਡੀਆਂ ਸਿੱਖਾਂ ਦੀਆਂ ਉਹਨਾਂ ਉੱਚ ਮਿਆਰੀ ਪਰੰਪਰਾਵਾਂ ਦਾ ਇੱਕ ਹਿੱਸਾ ਹੈ ਜਿੱਥੇ ਆਜ਼ਾਦ ਰਾਜਸੀ ਸੱਤਾ ਦਾ ਲਲਕਾਰ ਕੇ ਐਲਾਨ ਕੀਤਾ ਜਾਂਦਾ ਹੈ। ਸੋ ਇਹ ਸਾਰਾ ਕੁਝ ਜੋ ਹੈ ਜਿਸ ਨੂੰ ਅਸੀਂ ਇੱਕ ਸ਼ਾਹੀ ਜਲੌ ਕਹਿ ਸਕਦੇ ਹਾਂ, ਇਹ ਸਾਰਾ ਹੀ ਗੁਰੂ ਹਰਕ੍ਰਿਸ਼ਨ ਸਾਹਿਬ, ਜਿਨ੍ਹਾਂ ਨੂੰ ਅਸੀਂ ਬਾਲਾ ਪ੍ਰੀਤਮ ਦੇ ਨਾਮ ਦੇ ਨਾਲ ਜਾਣਦੇ ਹਾਂ, ਉਹਨਾਂ ਦੀ ਗੁਰਤਾ ਗੱਦੀ ਦੇ ਸਮੇਂ ਹੋਇਆ। ਤੇ ਗੁਰੂ ਹਰ ਰਾਏ ਸਾਹਿਬ ਦੇ ਆਪਣੇ ਅੰਤਮ ਸਮੇਂ ਦੇ ਜਾਂ ਅਕਾਲ ਚਲਾਣੇ ਜਾਂ ਜੋਤੀ ਜੋਤ ਸਮਾਉਣ ਦੇ ਸਮੇਂ ਦੇ ਜਿਹੜੇ ਸ਼ਬਦ ਨੇ ਉਹ ਬੜੇ ਅਹਿਮ ਨੇ। ਸਾਡੇ ਪ੍ਰਾਤਨ ਸਰੋਤਾਂ 'ਚ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੁਝ ਸਿੱਖਾਂ ਨੂੰ ਇਕੱਤਰ ਕੀਤਾ, ਆਪਣੇ ਕੋਲ ਬਿਠਾਇਆ ਤੇ ਕਿਹਾ, ਗੁਰੂ ਸਰੀਰ ਨਹੀਂ ਹੈ, ਗੁਰੂ ਜੋਤ ਹੈ। ਗੁਰੂ ਜੋਤ ਨਿਰੰਕਾਰ ਤੋਂ ਪੈਦਾ ਹੁੰਦੀ ਹੈ, ਨਿਰੰਕਾਰ ਦੇ ਵਿੱਚ ਸਮਾ ਜਾਂਦੀ ਹੈ ਕੁਝ ਸਮਾਂ ਲੋਕਾਂ ਨੂੰ ਸ਼ਬਦ ਦੇ ਨਾਲ ਜੋੜ ਕੇ। ਪ੍ਰਮਾਣ ਦੇ ਸਰੂਪ ਦੇ ਵਿੱਚ ਸਾਡੇ ਇਤਿਹਾਸਕ ਸਰੋਤਾਂ 'ਚ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਸਮੁੰਦਰ ਤੋਂ ਭਾਫ ਬਣ ਕੇ ਪਾਣੀ ਤਾਂ ਉੱਠਦਾ ਹੈ, ਬੱਦਲ ਬਣਦਾ ਹੈ ਤੇ ਫਿਰ ਮੀਂਹ ਵਾਂਗੂ ਵਰਸ ਕੇ ਲੋਕਾਂ ਦੇ ਤਪਦੇ ਹਿਰਦਿਆਂ ਨੂੰ ਸ਼ਾਂਤ ਕਰਕੇ ਫਿਰ ਸਮੁੰਦਰ ਦਾ ਹੀ ਹਿੱਸਾ ਬਣ ਜਾਂਦਾ ਹੈ, ਗੁਰੂ ਇਹ ਹੈ। ਸੋ ਗੁਰੂ ਹਰ ਰਾਏ ਸਾਹਿਬ ਜੋਤੀ ਜੋਤ ਸਮਾ ਗਏ। ਸਾਰੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਔਰ ਸੰਭਾਲ ਦੀ ਜ਼ਿੰਮੇਵਾਰੀ ਬੜੀ ਹੀ ਅਲਪ ਆਯੂ ਦੇ ਵਿੱਚ, ਜਿਸ ਨੂੰ ਅਸੀਂ ਦੁਨਿਆਵੀ ਉਮਰ ਕਹਿੰਦੇ ਹਾਂ, ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਸਿਰ ਉੱਪਰ ਸੀ। ਔਰ ਗੁਰੂ ਸਾਹਿਬ ਨੇ ਉਸ ਜ਼ਿੰਮੇਵਾਰੀ ਨੂੰ ਬਕਾਇਦਾ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ। ਰੋਜ਼ ਕੀਰਤਪੁਰ ਸਾਹਿਬ ਜੰਗਜੂ ਜਿੰਨੇ ਵੀ ਸਿੱਖੀ ਦੇ ਅਭਿਆਸ ਸੀ ਉਹਨਾਂ ਦਾ ਰੋਜ਼ ਅਖਾੜਾ ਲੱਗਦਾ ਸੀ, ਜੰਗੀ ਅਭਿਆਸ ਹੁੰਦੇ ਸੀ। ਜਿਹੜਾ ਗੁਰੂ ਸਾਹਿਬ ਨੇ ਸ਼ਫਾਖਾਨਾ ਕਾਇਮ ਕੀਤਾ ਸੀ ਉਹਦੇ ਵਿੱਚ ਆਏ ਹੋਏ ਮਰੀਜ਼ਾਂ ਨੂੰ ਰੋਜ਼ਾਨਾ ਹੀ ਔਸ਼ਧੀਆਂ ਤੇ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਸੀ। ਜਿਹੜੀ ਗੁਰੂ ਸਾਹਿਬ ਨੇ ਰੱਖ ਬਣਾਈ ਸੀ ਰੁੱਖਾਂ ਦੇ ਵਾਸਤੇ ਤੇ ਜੰਗਲੀ ਜੀਵਾਂ ਨੂੰ ਸੰਭਾਲਣ ਦੇ ਵਾਸਤੇ, ਰੋਜ਼ ਗੁਰੂ ਸਾਹਿਬ ਉੱਥੇ ਵੀ ਜਾਂਦੇ ਤੇ ਉਹਨਾਂ ਜੀਵਾਂ ਦਾ ਜਾਂ ਜੰਗਲੀ ਜੀਵਾਂ ਤੇ ਪੰਛੀਆਂ ਦਾ ਪੂਰੀ ਤਰ੍ਹਾਂ ਦੇ ਨਾਲ ਖਿਆਲ ਰੱਖਿਆ ਜਾਂਦਾ। ਭਾਵ ਕਿ ਜੋ ਕੁਝ ਗੁਰੂ ਹਰ ਰਾਏ ਸਾਹਿਬ ਨੇ ਜ਼ਿੰਮੇਵਾਰੀ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਝੋਲੀ ਦੇ ਚ ਪਾਇਆ, ਉਹ ਸਭ ਕੁਝ ਜਿਹੜਾ ਉਹ ਗੁਰੂ ਸਾਹਿਬ ਦੇ ਵੱਲੋਂ ਕੀਤਾ ਜਾ ਰਿਹਾ ਸੀ। ਦੂਸਰੇ ਪਾਸੇ ਰਾਮ ਰਾਏ ਵੀ ਕੋਈ ਚੁੱਪ ਨਹੀਂ ਸੀ ਬੈਠਾ। ਉਹਦੇ ਵੱਲੋਂ ਵੀ ਔਰੰਗਜ਼ੇਬ ਦੇ ਕੁਝ ਹੋਰ ਅਹਿਲਕਾਰਾਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੇ ਖਿਲਾਫ ਜਿਹੜਾ ਉਹ ਪ੍ਰਚਾਰ ਕੀਤਾ ਜਾ ਰਿਹਾ ਸੀ। ਔਰ ਜਿਹੜੇ ਕੁਝ ਮਸੰਦ ਲਾਲਚੀ ਕਿਸਮ ਦੇ ਸੀ, ਉਹਨਾਂ ਨੂੰ ਲਾਲਚੀ ਕਿਸਮ ਦੇ ਮਸੰਦਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੇ ਵੱਸ ਦੇ ਵਿੱਚ ਕਰਨ ਦੇ ਵਾਸਤੇ ਕਿਸੇ ਨੂੰ ਪੈਸੇ ਦੇ ਵਿੱਚੋਂ ਹਿੱਸਾ ਪੱਤੀ ਦਿੱਤੀ ਜਾ ਰਹੀ ਸੀ, ਕਿਸੇ ਨੂੰ ਤੋਹਫੇ ਭੇਜੇ ਜਾ ਰਹੇ ਸੀ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਇਹ ਸ਼ਿਕਾਇਤਾਂ ਪਹੁੰਚੀਆਂ ਕਿ ਰਾਮ ਰਾਏ ਅਜੇ ਵੀ ਗੁਰੂ ਘਰ ਪ੍ਰਤੀ ਇਵੇਂ ਦੀਆਂ ਕੁਝੀਆਂ ਚਾਲਾਂ ਜਿਹੜੀਆਂ ਉਹ ਚੱਲ ਰਿਹਾ ਹੈ, ਤੇ ਗੁਰੂ ਸਾਹਿਬ ਨੇ ਇੱਕ ਅਗਲਾ ਕਹਿ ਸਕਦੇ ਹੋ ਕਿ ਇੱਕ ਤਾਂ ਆਰਥਿਕ ਤੌਰ ਤੇ ਮਸੰਦਾਂ ਦੇ ਕੋਲੋਂ ਆਉਣ ਵਾਲੀ ਮਾਇਕ ਭੇਟਾ ਨੂੰ ਬੰਦ ਕਰਕੇ ਗੁਰੂ ਹਰ ਰਾਏ ਸਾਹਿਬ ਨੇ ਉਸ ਪ੍ਰਥਾ ਨੂੰ ਤਕਰੀਬਨ ਅੱਧਾ ਕੁ ਖਤਮ ਕਰ ਦਿੱਤਾ ਸੀ। ਪੂਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਪਤ ਕਰ ਦਿੱਤਾ, ਗੁਰਸੰਗਤ ਕੀਨੀ ਖਾਲਸਾ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਹਦੇ ਉੱਪਰ ਇੱਕ ਹੋਰ ਫੈਸਲਾ ਲੈਂਦਿਆਂ ਇਹ ਗੱਲ ਕਰ ਦਿੱਤੀ ਕਿ ਕੋਈ ਵੀ ਸਿੱਖ ਮਸੰਦ ਨੂੰ ਕਾਰ ਭੇਟਾ ਦੇਵੇਗਾ ਹੀ ਨਹੀਂ। ਪਹਿਲਾਂ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਮਸੰਦਾਂ ਦਾ ਸੰਬੰਧ ਰਾਮ ਰਾਏ ਦੇ ਨਾਲ ਹੈ ਉਹਨਾਂ ਨੂੰ ਕੌੜੀ ਨਹੀਂ ਦੇਣੀ, ਪਰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਕਿ ਮਸੰਦਾਂ ਨੂੰ ਕੁਝ ਵੀ ਨਹੀਂ ਦੇਣਾ। ਦੂਸਰੀ ਗੱਲ, ਮਸੰਦਾਂ ਦੇ ਨਾਲ ਕੋਈ ਨਾਤਾ ਨਹੀਂ ਰੱਖਣਾ, ਬਲਕਿ ਧਰਮਸ਼ਾਲਾ ਦੇ ਵਿੱਚ ਜਾ ਕੇ ਕੀਰਤਨ ਸਰਵਣ ਕਰਨਾ ਹੈ। ਤੇ ਜਿੱਥੇ ਜਿੱਥੇ ਸੰਗਤਾਂ ਧਰਮਸ਼ਾਲਾਵਾਂ ਦੇ ਵਿੱਚ ਜਾਣਗੀਆਂ ਉੱਥੇ ਜਿਹੜੀ ਕਾਰ ਭੇਟਾ ਇਕੱਤਰ ਹੋਵੇਗੀ ਉਹਨਾਂ ਨੂੰ ਗੁਰੂ ਘਰ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਈ ਪੱਠਾ ਜੀ ਦੀ ਲਗਾਈ ਗਈ।
ਬਹੁਤ ਸਾਰੇ ਹੁਕਮਨਾਮੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਇੱਕ ਥਾਂ ਤੇ ਜ਼ਿਕਰ ਵੀ ਕੀਤਾ ਹੈ ਕਿ ਇੱਕ ਖਾਸ ਕੁਝ ਹੁਕਮਨਾਮੇ 1984 ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸਨ ਗੁਰੂ ਸਾਹਿਬ ਦੇ ਨਾਲ ਸੰਬੰਧਿਤ, ਜਿਹੜੇ ਕਿ ਉਸ ਸਮੇਂ ਉਸ ਘੱਲੂਘਾਰੇ ਦੀ ਭੇਟਾ ਚੜ੍ਹ ਗਏ। ਪਰ ਕੁਝ ਸਾਨੂੰ ਇਤਿਹਾਸਕ ਸਰੋਤਾਂ ਦੇ ਵਿੱਚ ਮਿਲਦੇ ਹੀ ਨੇ, ਖਾਸ ਕਰਕੇ ਪਾਕ ਪੱਟਣ ਦੀ ਸੰਗਤ ਦੇ ਨਾਮ, ਉਹਦੇ 'ਚ ਬੜਾ ਸਪਸ਼ਟ ਲਿਖਿਆ ਹੈ ਕਿ ਜਿਹੜੀ ਕਾਰ ਭੇਟਾ ਤੁਸੀਂ ਭਾਈ ਬੱਠੇ ਜੀ ਦੇ ਹੱਥ ਭੇਜੀ ਸੀ ਉਹ ਜਿਹੜੀ ਹੈ ਮਿਲ ਗਈ ਹੈ, ਪਹੁੰਚੀ ਹੈ, ਹਜੂਰ ਮੁਜਰਾ ਹੁਆ। ਮੁਜਰਾ ਦੋ ਕਹਿ ਸਕਦੇ ਹੋ ਕਿ ਰੂਪਾਂ ਦੇ ਵਿੱਚ ਆਉਂਦਾ ਹੈ। ਫਾਰਸੀ ਦਾ ਸ਼ਬਦ ਹੈ ਮੁਜਰਾ। ਇੱਕ ਤਾਂ ਨਾਚ ਗਾਣੇ ਨੂੰ ਮੁਜਰਾ ਕਿਹਾ ਜਾਂਦਾ ਹੈ, ਪਰ ਇੱਥੇ ਹੁੰਦਾ ਹੈ ਕਿ ਉਸ ਨੇ ਗੁਰੂ ਦੀ ਹਜ਼ੂਰੀ 'ਚ ਆ ਕੇ ਸਲਾਮ ਪੇਸ਼ ਕੀਤਾ। ਸਲਾਮ ਕਰਨਾ ਜਾਂ ਫਿਰ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ, ਗੁਰੂ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨਾ, ਹਜੂਰ ਮੁਜਰਾ ਹੁਆ। ਸੋ ਇਹ ਦੋ ਗੱਲਾਂ ਇਕੱਠੀਆਂ ਚੱਲ ਰਹੀਆਂ ਨੇ। ਜਿਹੜਾ ਰਾਮ ਰਾਏ ਹੈ ਉਹ ਸਰਕਾਰ ਦੇ ਨਾਲ ਮਿਲ ਕੇ ਮਸੰਦਾਂ ਦੀ ਖਰੀਦੋ ਫਰੋਖਤ ਕਰ ਰਿਹਾ ਹੈ, ਤੇ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਜਿਹੜਾ ਆਰਥਿਕ ਆਧਾਰ ਸੀ ਉਸ ਨੂੰ ਬਿਲਕੁਲ ਖਤਮ ਕਰ ਦਿੱਤਾ। ਬਾਕੀ ਅਗਲੇ ਵਿਸ਼ੇ ਦੇ ਬਾਰੇ ਜਾਂ ਇਸੇ ਵਿਸ਼ੇ ਨੂੰ ਅਗਲੀ ਲੜੀ ਦੇ ਵਿੱਚ ਜਾਰੀ ਰੱਖਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।